ਅਸੀਂ ਦੇਖ ਰਹੇ ਹਾਂ ਬਹੁਤ ਕੋਸ਼ਿਸ਼ਾਂ ਹੋਈਆਂ ਅੰਦੋਲਨ ਨੂੰ ਡੀਰੇਲ ਕਰਨ ਦੀਆਂ। ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ, ਉਹਦੇ ਬਾਵਜੂਦ ਅੰਦੋਲਨ ਚੜ੍ਹਦੀ ਕਲਾ 'ਚ ਹੈ। ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਤੁਹਾਡੇ ਪੈਰ ਉਖੜ ਜਾਣ। ਜੇ ਮੈਂ ਕਹਾਂ ਕਿ ਇਹ ਤਾਕਤ ਕੀ ਹੈ ਜਿਹਦੇ ਜ਼ਰੀਏ ਅੰਦੋਲਨ ਅੱਗੇ ਵਧ ਰਿਹਾ ਹੈਗਾ? ਤਾਕਤ ਕੋਈ दैवी ਤਾਕਤ ਹੀ ਕਹੀ ਜਾ ਸਕਦੀ ਹੈ। ਅਕਸਰ ਇਹ ਗੱਲ ਉੱਠਦੀ ਹੈ ਕਿ ਪ੍ਰੈਸ਼ਰ ਕਿਵੇਂ ਬਿਲਡ ਕੀਤਾ ਜਾਵੇ ਸਰਕਾਰ ਤੇ। ਅੰਦੋਲਨ 'ਚ ਤੁਸੀਂ ਅੰਦੋਲਨਾਂ 'ਚ ਰਹੇ ਹੋ, ਜਦੋਂ ਸਰਕਾਰ ਤੇ ਪ੍ਰੈਸ਼ਰ ਡਿਵੈਲਪ ਹੁੰਦਾ ਹੈ ਸਰਕਾਰ ਉਦੋਂ ਹੀ ਗੱਲਾਂ ਮੰਨਦੀ ਹੈ। ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ ਹਰ ਵਾਹ ਲਾ ਕੇ ਦੇਖ ਲਈ ਅੰਦੋਲਨ ਨੂੰ ਤੋੜਨ ਦੀ। ਇਹ ਅੰਦੋਲਨ ਫੇਰ ਆਪਣੇ ਪੈਰਾਂ ਤੇ ਖੜਾ ਹੈ। 200 ਵਾਲੀ ਰਣਨੀਤੀ ਹੈਗੀ ਇਹ, ਕਿ ਤੁਸੀਂ ਪਿੱਛੋਂ ਸਿੱਖਿਆ ਕਿ ਕੋਈ ਅਨੁਸ਼ਾਸਨ 'ਚ ਰਵੇ ਸਭ ਕੁਝ, ਕੋਈ ਗਲਤੀ ਨਾ ਹੋਵੇ। ਜਿਹੜਾ 200 ਦਾ ਜਥਾ, ਅਸੀਂ ਜੋ ਕੁਝ ਪਿੱਛੇ 26 ਜਨਵਰੀ ਨੂੰ ਹੋ ਗਿਆ ਅਸੀਂ ਨਹੀਂ ਚਾਹੁੰਦੇ ਉਹ ਕੋਈ ਹਿੰਮਤ ਕਰ ਸਕੇ। ਤੁਹਾਨੂੰ ਕੀ ਲੱਗਦਾ ਜਿਹੜੇ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਡੇ ਇਸ ਤਰ੍ਹਾਂ ਦੇ ਸਿੰਬੋਲਿਕ ਪ੍ਰੋਟੈਸਟ ਨੇ ਇਹ ਦਬਾਅ ਹੋਣਗੇ? ਤੁਹਾਨੂੰ ਲੱਗਦਾ ਮੋਦੀ ਸਰਕਾਰ ਜਿਹੜੀ ਹੁਣ ਤੱਕ ਨਹੀਂ ਮੰਨ ਲਏਗੀਗਾ? ਜਾਂ ਤਾਂ ਪੈਰ ਪੱਟਦੇ ਨਹੀਂ, ਜੇ ਫਿਰ ਪੱਟ ਲਿਆ ਫਿਰ ਪਿੱਛੇ ਮੁੜਦੇ ਨਹੀਂ। ਸਾਡੀ ਜਿਹੜੀ ਕੌਮ ਦੀ ਇਹ ਖੂਬੀ ਹੈ ਨਾ। ਹਰ ਅੰਦੋਲਨ 'ਚ ਹੁੰਦਾ, ਆਜ਼ਾਦੀ ਦੀ ਲਹਿਰ ਦੇਖ ਲਓ, ਇੱਕ ਗਰਮ ਧੜਾ ਇੱਕ ਨਰਮ ਧੜਾ। ਪੰਜਾਬ ਦੇ ਅੰਦੋਲਨ ਦੇਖ ਲਓ, ਲੈਫਟ ਦੇ ਦੇਖ ਲਓ, ਚਾਹੇ ਉਹਦੇ 'ਚ ਵੀ ਗਰਮ ਧੜਾ ਨਕਸਲੀਆਂ ਦਾ, ਨਰਮ ਧੜਾ CPI CPM ਦਾ। ਪੰਜਾਬ ਦੇ ਅੰਦਰ ਵੀ ਹੋਇਆ। ਤੁਹਾਡੇ ਅੰਦੋਲਨ 'ਚ ਵੀ ਕੁਝ ਲੋਕ ਕਹਿੰਦੇ ਆ ਤਿੱਖੇ ਐਕਸ਼ਨ ਦੇਣੇ ਚਾਹੀਦੇ ਆ। ਤੁਹਾਨੂੰ ਵੀ ਪਤਾ ਉਹ ਕੌਣ ਨੇ। ਮੰਨ ਲਓ ਮੋਦੀ ਸਰਕਾਰ ਹੁਣ ਆਉਣ ਵਾਲੇ ਦਿਨਾਂ 'ਚ ਨਹੀਂ ਮੰਨਦੀ, ਜਿਵੇਂ ਹੁਣ ਤੱਕ ਨਹੀਂ ਮੰਨੀ, ਤਾਂ ਕੋਈ ਫਿਰ ਕੀ ਤੁਹਾਡੇ ਅਗਲੇ ਪਲਾਨ ਕੀ ਹੋਣਗੇ? ਜਿਵੇਂ ਕਿਹਾ ਜਾਂਦਾ ਕਿ ਇਸ ਅੰਦੋਲਨ ਤੋਂ ਬਾਅਦ RSS 'ਚ ਵੀ ਡਿਵੀਜ਼ਨ ਹੋਈ, ਕੁਛ ਇਸ ਤਰ੍ਹਾਂ ਦੇ ਤੁਹਾਡੇ ਕੋਲ ਵੀ ਸੂਚਨਾਵਾਂ ਨੇ ਕਿ ਵਿਦਨ BJP ਵਿਦਨ RSS ਵੀ ਲੋਕ ਚਾਹੁੰਦੇ ਆ ਕਿ ਹੱਲ ਨਿਕਲੇ ਦਾ? ਉਹਨਾਂ ਨੂੰ ਚਿੰਤਾ ਹੋਈ ਹੈ ਵੀ ਅਗਲੀ ਇਲੈਕਸ਼ਨ 2024 ਤੱਕ ਜੇ ਇਹ ਅੰਦੋਲਨ ਦਾ ਨਾ ਕੋਈ ਹੱਲ ਕੱਢਿਆ ਤਾਂ ਫਿਰ ਇਹ ਪਤਾ ਨਹੀਂ ਸਾਡਾ ਪੱਤਾ ਸਾਫ਼ ਕਰ ਦੇਗੀ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਕਿਸਾਨ ਅੰਦੋਲਨ ਨੇ ਪਿਛਲੇ ਦਿਨਾਂ 'ਚ ਵੱਡੇ ਐਲਾਨ ਕੀਤੇ ਨੇ। ਕਿਸਾਨ ਅੰਦੋਲਨ ਚੜ੍ਹਦੀ ਕਲਾ 'ਚ ਹੈ, ਅੱਗੇ ਵਧ ਰਿਹਾ। ਅਗਲੀਆਂ ਰਣਨੀਤੀਆਂ ਕੀ ਨੇ? ਕੀ ਮੋਦੀ ਸਰਕਾਰ ਝੁਕੇਗੀ ਜਾਂ ਨਹੀਂ ਝੁਕੇਗੀ, ਜਾਂ ਫਿਰ ਅਗਲੇ ਸਿਆਲਾਂ ਤੱਕ ਚੱਲੇਗਾ ਅੰਦੋਲਨ? 2022 'ਚ ਕੀ ਬਣੇਗਾ? ਕਿਸਾਨ ਅੰਦੋਲਨ ਦਾ ਵੱਡਾ ਚਿਹਰਾ ਬਲਵੀਰ ਸਿੰਘ ਰਾਜੇਵਾਲ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਅਗਲੀ ਰਣਨੀਤੀ ਕੀ ਹੈ। ਸਵਾਗਤ ਹੈ ਰਾਜੇਵਾਲ ਸਾਹਿਬ ਸਾਡੇ ਸਟੂਡੀਓ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾ ਸਵਾਲ ਮੇਰਾ ਹੀ, ਅਸੀਂ ਦੇਖ ਰਹੇ ਹਾਂ ਬਹੁਤ ਕੋਸ਼ਿਸ਼ਾਂ ਹੋਈਆਂ ਅੰਦੋਲਨ ਨੂੰ ਡੀਰੇਲ ਕਰਨ ਦੀਆਂ। ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ, ਉਹਦੇ ਬਾਵਜੂਦ ਅੰਦੋਲਨ ਚੜ੍ਹਦੀ ਕਲਾ 'ਚ ਹੈ। ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਤੁਹਾਡੇ ਪੈਰ ਉਖੜ ਜਾਣ। ਜੇ ਮੈਂ ਕਹਾਂ ਕਿ ਇਹ ਤਾਕਤ ਕੀ ਹੈ ਜਿਹਦੇ ਜ਼ਰੀਏ ਅੰਦੋਲਨ ਅੱਗੇ ਵਧ ਰਿਹਾ ਹੈਗਾ? ਤਾਕਤ ਕੋਈ दैवी ਤਾਕਤ ਹੀ ਕਹੀ ਜਾ ਸਕਦੀ ਹੈ। ਜਿੰਨੇ ਹਮਲੇ ਸਰਕਾਰ ਨੇ ਸਾਡੇ ਤੇ ਕੀਤੇ ਨੇ, ਤੇ ਫਿਰ ਵੀ ਭਾਵੇਂ ਅਸੀਂ ਵੀ ਕੋਸ਼ਿਸ਼ ਕਰਦੇ ਰਹੇ ਹਾਂ, ਫਿਰ ਵੀ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਕਿਵੇਂ ਕੁਦਰਤ ਨੇ ਇਹਨੂੰ ਪੀਸਫੁਲ ਰੱਖਿਆ ਹੋਇਆ। ਏਡੀ ਵੱਡੀ ਗਿਣਤੀ 'ਚ ਲੋਕਾਂ ਨੂੰ ਪੀਸਫੁਲ ਰੱਖਣਾ ਔਰ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਣ ਦੇਣਾ, ਇਹ ਸਾਡਾ ਜਿਹੜਾ ਭਾਈਚਾਰਾ ਸੀ ਇੱਕ ਵੱਡਾ, ਜਿਹੜੇ ਅਸੀਂ ਪੰਜਾਬੀ ਹਾਂ, ਸਾਡਾ ਮੁੱਢਲਾ ਖਾਸਾ ਹੈ ਵੀ ਜਾਂ ਤਾਂ ਅਸੀਂ ਕਹਿੰਦੇ ਹਾਂ ਚੱਲ ਹੋਊ ਲੰਘੀ ਜਾਊ, ਚਾਹੇ ਆਪਣੇ ਬੜੇ ਤੋਂ ਬੜੀਆਂ ਗੱਲਾਂ ਲੰਘ ਜਾਂਦੀਆਂ ਕੰਨ ਕੋਲ ਦੀ ਲੰਘਾ ਦਿੰਦੇ ਹਾਂ, ਅਤੇ ਜਦੋਂ ਅਸੀਂ ਕਹਿੰਦੇ ਚੰਗਾ ਫਿਰ ਦੇਖੀ ਜਾਊ, ਫਿਰ ਅਸੀਂ ਪਿੱਛੇ ਨਹੀਂ ਮੁੜਦੇ। ਇੱਥੇ ਹੁਣ ਪੰਜਾਬੀਆਂ ਨੇ ਚੰਗਾ ਫਿਰ ਦੇਖੀ ਜਾਊ ਕਹਿ ਦਿੱਤਾ, ਅਤੇ ਉਹਦਾ ਨਤੀਜਾ ਇਹ ਹੈ ਵੀ ਨਾ ਤਾਂ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਹੈ, ਅਤੇ ਡਿਸਿਪਲਿਨ ਲੋਕਾਂ ਨੇ ਇਹਨੂੰ ਅਪਣਾ ਲਿਆ ਵੀ ਮੇਰਾ ਅੰਦੋਲਨ ਹੈ। ਹਰ ਕੋਈ ਇਹ ਸਮਝਦਾ ਹੈ ਵੀ ਮੇਰਾ ਵੀ ਕੋਈ ਰੋਲ ਹੈ, ਅਤੇ ਉਹ ਸਰਕਾਰ ਇਸ ਕਰਕੇ ਕਾਮਯਾਬ ਨਹੀਂ ਹੋ ਸਕੀ। ਇੱਕ ਗੱਲ ਵਾਰ-ਵਾਰ ਇਹ ਹੁੰਦੀ ਹੈ ਕਿ ਜਿਵੇਂ ਹੁਣ ਤੁਸੀਂ 22 ਦਾ ਐਲਾਨ ਕੀਤਾ ਗਾ ਕਿ 22 ਨੂੰ ਪਾਰਲੀਮੈਂਟ 'ਚ 200 ਦਾ ਜਥਾ ਜਾਏਗਾ, ਉਸ ਤੋਂ ਬਿਨਾਂ ਹੋਰ ਵੀ ਐਲਾਨ ਕੀਤੇ ਨੇ। ਅਕਸਰ ਇਹ ਗੱਲ ਉੱਠਦੀ ਹੈ ਕਿ ਪ੍ਰੈਸ਼ਰ ਕਿਵੇਂ ਬਿਲਡ ਕੀਤਾ ਜਾਵੇ ਸਰਕਾਰ ਤੇ। ਅੰਦੋਲਨ 'ਚ ਤੁਸੀਂ ਅੰਦੋਲਨਾਂ 'ਚ ਰਹੇ ਹੋ, ਜਦੋਂ ਸਰਕਾਰ ਤੇ ਪ੍ਰੈਸ਼ਰ ਡਿਵੈਲਪ ਹੁੰਦਾ ਹੈ ਸਰਕਾਰ ਉਦੋਂ ਹੀ ਗੱਲਾਂ ਮੰਨਦੀ ਹੈਗੀ। ਦੇਖੋ, ਇਹ ਜਿਹੜਾ ਅੰਦੋਲਨ ਹੈ ਇਹ ਆਪਣੇ ਆਪ 'ਚ ਸਰਕਾਰ 'ਤੇ ਇੱਕ ਪ੍ਰੈਸ਼ਰ ਹੈ। ਦੁਨੀਆ 'ਚ ਅੱਜ ਤੱਕ ਐਡਾ ਲੰਬਾ ਅੰਦੋਲਨ ਕੋਈ ਨਹੀਂ ਚੱਲਿਆ। ਦੁਨੀਆ ਵਿੱਚ ਅੱਜ ਇੰਨਾ ਲੰਬਾ ਅੰਦੋਲਨ ਪੀਸਫੁਲ ਕਦੇ ਨਹੀਂ ਰਿਹਾ। ਦੁਨੀਆ 'ਚ ਅੱਜ ਤੱਕ ਐਡਾ ਲੰਬਾ ਅੰਦੋਲਨ ਪੀਸਫੁਲ ਚੱਲ ਕੇ ਐਡੀ ਵੱਡੀ ਪਾਰਟੀਸਪੇਸ਼ਨ ਵਾਲਾ ਨਹੀਂ ਹੋਇਆ। ਇਸ ਅੰਦੋਲਨ 'ਤੇ ਸਾਰੀ ਦੁਨੀਆ ਦੀ ਨਿਗਾਹ ਹੈ, ਔਰ ਇਹ ਅੰਦੋਲਨ ਹੈ, ਪਹਿਲਾ ਅੰਦੋਲਨ ਹੈ ਜਿਹਦੇ 'ਤੇ ਹਾਊਸ ਆਫ ਕਾਮਨਸ 'ਚ 2 ਵਾਰ ਬਹਿਸ ਹੋ ਚੁੱਕੀ, ਜਿਹਦੇ 'ਤੇ UN 'ਚ ਬਹਿਸ ਹੋ ਚੁੱਕੀ, ਜੇ ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ ਦੀਆਂ ਪਾਰਲੀਮੈਂਟਾਂ 'ਚ ਚਰਚਾ ਹੋ ਚੁੱਕੀ। ਇਹ ਅੰਦੋਲਨ ਹੈ ਜਿਹਦੀ ਅੱਜ ਦੁਨੀਆ 'ਚ ਚਰਚਾ ਹੈ। ਇਹ ਇੱਕ ਤਰ੍ਹਾਂ ਦਾ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਸਰਕਾਰ ਦੇ ਉੱਤੇ। ਦੂਸਰਾ, ਸਰਕਾਰ ਦੇ ਉੱਤੇ ਇਹ ਵੀ ਇੱਕ ਵੱਡਾ ਪ੍ਰੈਸ਼ਰ ਹੈ ਵੀ ਸਰਕਾਰ ਨੇ ਆਪਣੀਆਂ ਏਜੰਸੀਆਂ ਰਾਹੀਂ
ਹਰ ਵਾਹ ਲਾ ਕੇ ਦੇਖ ਲਈ ਅੰਦੋਲਨ ਨੂੰ ਤੋੜਨ ਦੀ। ਇਹ ਅੰਦੋਲਨ ਫਿਰ ਆਪਣੇ ਪੈਰਾਂ ਤੇ ਖੜਾ ਹੈ ਔਰ ਅੱਗੇ ਵਧੀ ਜਾ ਰਿਹਾ ਹੈ। ਇਸ ਕਰਕੇ ਇਸ ਅੰਦੋਲਨ ਦਾ ਪ੍ਰੈਸ਼ਰ ਸਰਕਾਰ ਤੇ ਆਟੋਮੈਟਿਕਲੀ ਏਡੇ ਵੱਡੇ ਅੰਦੋਲਨ ਦਾ ਪ੍ਰੈਸ਼ਰ ਹੋਣਾ ਇਹ ਹੁਣ ਘੱਟ ਨਹੀਂ ਰਿਹਾ। ਗਿਣਤੀ ਉੱਥੇ ਹੁਣ ਮਾਨੇ ਨਹੀਂ ਰੱਖਦੀ। ਅੰਦੋਲਨ ਦੀ ਆਪਣੀ ਕ੍ਰੈਡੀਬਿਲਿਟੀ ਇੰਨੀ ਬਣ ਗਈ ਤੇ ਉਹ ਠੀਕ ਹੈ, ਅਸੀਂ ਖੇਤੀ ਕਰਦੇ ਹਾਂ, ਕਿਸੇ ਵੇਲੇ ਕਣਕ ਦੀ ਵਾਢੀ ਵੇਲੇ ਇੱਧਰ ਆਉਣਾ ਪਿਆ, ਫਿਰ ਝੋਨੇ ਦੀ ਲੁਆਈ ਵਾਸਤੇ ਆਉਣਾ ਪਿਆ। ਮੁੜ ਕੇ ਇਸ ਗੱਲ ਨੇ ਵੀ ਅੰਦੋਲਨ ਨੂੰ ਸਥਾਪਿਤ ਕੀਤਾ। ਜਦੋਂ ਅਸੀਂ ਕੋਈ ਕਾਲ ਦਿੰਦੇ ਹਾਂ, ਲੋਕੀ ਭੱਜ ਕੇ ਉੱਥੇ ਚਲੇ ਜਾਂਦੇ ਨੇ। ਕੋਈ ਅਸੀਂ ਕਾਲ ਦਿੰਦੇ ਹਾਂ, ਸਾਰੇ ਦੇਸ਼ ਵਿੱਚ ਉਹਦਾ ਅੰਦੋਲਨ ਦਾ ਉਸ ਕਾਲ ਦੇ ਉੱਤੇ ਫੁੱਲ ਚੜਾਉਂਦੇ ਨੇ ਲੋਕ। ਤੋ ਇਹ ਇੱਕ ਬੜਾ ਵੱਡਾ ਪ੍ਰੈਸ਼ਰ ਹੈ ਸਰਕਾਰ ਤੇ। ਜਦੋਂ ਤੱਕ ਇਹ ਪੰਜਾਬ ਤੱਕ ਸੀਮਤ ਸੀ, ਉਦੋਂ ਤੱਕ ਉਹਨਾਂ ਦਾ ਸੋਚਣ ਦਾ ਢੰਗ ਹੋਰ ਸੀ। ਫਿਰ ਇਹਦੇ ਵਿੱਚ ਹਰਿਆਣਾ ਆਇਆ, ਫਿਰ ਯੂਪੀ ਆਇਆ, ਰਾਜਸਥਾਨ ਆਇਆ, ਮੱਧ ਪ੍ਰਦੇਸ਼ ਆਇਆ, ਹੁਣ ਹੌਲੀ ਹੌਲੀ ਬਾਕੀ ਸਟੇਟਾਂ, ਹੁਣ 17 ਸਟੇਟਾਂ 'ਚ ਪੂਰਾ ਸਰਗਰਮੀ ਨਾਲ ਚੱਲ ਰਿਹਾ। ਸਰਕਾਰ ਤੇ ਦਬਾਅ। ਜਿਹੜੀ 200 ਵਾਲੀ ਰਣਨੀਤੀ ਹੈਗੀ, ਇਹ ਕੀ ਤੁਸੀਂ ਪਿੱਛੋਂ ਸਿੱਖਿਆ ਕਿ ਕੋਈ ਅਨੁਸ਼ਾਸਨ 'ਚ ਰਵੇ ਸਭ ਕੁਝ, ਕੋਈ ਗਲਤੀ ਨਾ ਹੋਵੇ? ਜਿਹੜਾ 200 ਦਾ ਜੱਥਾ, ਕਿਉਂਕਿ ਅਸੀਂ ਦੇਖਦੇ ਹਾਂ ਇਸ ਤਰ੍ਹਾਂ ਦੇ ਐਮਰਜੈਂਸੀ ਦਾ ਦੌਰ ਦੇਖਿਆ ਸੀ। ਅਕਾਲੀ ਦਲ ਉਦੋਂ ਜੇਲ੍ਹ ਭਰੋ ਅੰਦੋਲਨ ਬਹੁਤ ਸਾਰੇ, ਜਾਂ ਹੋਰ ਫੋਰਸਿਸ ਜਿਹੜੀਆਂ ਜਨਤਾ ਪਾਰਟੀ ਬਾਅਦ 'ਚੋਂ ਬਣਦੀ ਹੈ, ਪਰ ਉਹ ਸਾਰੀਆਂ ਫੋਰਸਿਸ ਕਰਦੀਆਂ ਹੁੰਦੀਆਂ ਸੀ। ਫਿਰ ਅਸੀਂ ਇਹ 'ਚ ਪੰਜਾਬ ਦੀ ਹਿਸਟਰੀ ਧਰਮ ਯੁੱਧ ਮੋਰਚਾ ਹੈਗਾ, ਜਾਂ ਦੇਸ਼ ਦੇ ਅੰਦਰ ਬਹੁਤ ਸਾਰੇ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਅੰਦੋਲਨ ਨੇ ਜਿਹਦੇ 'ਚੋਂ ਜਥੇ ਜਾ ਕੇ ਗ੍ਰਿਫਤਾਰੀਆਂ ਦਿੰਦੇ ਸੀ। ਕੀ ਉਹ ਸਟਾਈਲ ਆ, ਜਾਂ ਇਹ ਇਸ ਕਰਕੇ ਹੈ ਕਿ ਜੋ ਗਲਤੀਆਂ ਪਿੱਛੇ ਹੋਈਆਂ ਅੱਗੇ ਨਾ ਹੋਣ? ਬਿਲਕੁਲ ਠੀਕ ਹੈ। ਅਸੀਂ ਜੋ ਕੁਝ ਪਿੱਛੇ 26 ਜਨਵਰੀ ਨੂੰ ਹੋ ਗਿਆ, ਅਸੀਂ ਨਹੀਂ ਚਾਹੁੰਦੇ ਉਹ ਕੋਈ ਹਿੰਮਤ ਕਰ ਸਕੇ ਉਹਨੂੰ ਦੁਹਰਾਉਣ ਦੀ। ਸਾਡੇ ਕੰਟਰੋਲ 'ਚ ਰਹੇ ਸਭ ਕੁਝ, ਇਸ ਲਈ ਅਸੀਂ ਇਹ ਨੰਬਰ ਜਿਹੜਾ ਹੈ ਅਸੀਂ ਛੋਟਾ ਰੱਖਿਆ। ਸਾਨੂੰ ਨੰਬਰ ਦੀ ਕੋਈ ਪ੍ਰੋਬਲਮ ਨਹੀਂ। ਜੇ ਗ੍ਰਿਫਤਾਰੀਆਂ ਦੇਣੀਆਂ ਹੋਣ ਤਾਂ ਅਸੀਂ ਹਜ਼ਾਰਾਂ ਦੇ ਜਥੇ ਭੇਜ ਸਕਦੇ ਹਾਂ, ਸਾਨੂੰ ਕੋਈ ਸਮੱਸਿਆ ਨਹੀਂ। ਪਰ ਉਹਦੇ ਨਾਲ ਜਿਹੜੀਆਂ ਫੋਰਸਿਸ ਅੰਦੋਲਨ ਨੂੰ ਲੀਹ ਤੋਂ ਲਾਉਣਾ ਚਾਹੁੰਦੀਆਂ, ਉਹ ਅੱਜ ਵੀ ਉਨੀ ਐਕਟਿਵ ਨੇ ਜਿੰਨੀਆਂ 26 ਜਨਵਰੀ ਨੂੰ ਸੀ। ਅਤੇ ਫਿਰ ਚਾਂਸਿਸ ਹੋ ਜਾਂਦੇ ਹੈ ਵੀ ਉਹ ਸਾਡੇ ਵਿੱਚ ਵੜ ਕੇ ਫਿਰ ਕੋਈ ਗੜਬੜ ਕਰਨ। ਇਹਦੇ ਲਈ ਅਸੀਂ ਤੈਅ ਕੀਤਾ ਹੈ ਵੀ ਹਰ ਜਥੇਬੰਦੀ 5-5 ਬੰਦੇ ਰੋਜ਼ ਆਪਣੇ ਜਥੇ ਦੇ ਵਿੱਚ ਭੇਜੇਗੀ, ਔਰ ਜਿਹੜਾ ਜਥਾ ਜਾਏਗਾ ਉਹਨਾਂ ਦੇ ਹਰੇਕ ਦੇ ਗਲ ਵਿੱਚ ਇੱਕ ਉਹਦੀ ਆਈਡੈਂਟੀਫਿਕੇਸ਼ਨ ਵਾਸਤੇ ਆਈਡੈਂਟੀ ਕਾਰਡ ਪਾਇਆ ਜਾਏਗਾ। ਆਈਡੈਂਟੀਟੀ ਜਿਹੜੀ ਆ ਹਰ ਰੋਜ਼ ਨਵਾਂ ਲੀਡਰ ਦਸਤਖਤ ਕਰਕੇ ਉਹਨਾਂ ਨੂੰ ਆਈਡੈਂਟੀ ਕਾਰਡ ਇਸ਼ੂ ਕਰੇਗਾ। ਇਹ ਨਹੀਂ ਵੀ ਇੱਕ ਦੀ ਦਸਤਖਤ ਨਾਲ ਕੱਲ੍ਹ ਨੂੰ ਕੋਈ ਜਾਲੀ ਦਸਤਖਤ ਕਰ ਲਏ। ਅਗਲੇ ਦਿਨ ਪਤਾ ਨਹੀਂ ਕਿਹੜੇ ਲੀਡਰ ਨੇ ਟੈਸਟ ਕਰਕੇ ਉਹਨਾਂ ਦੇ ਸਾਰਿਆਂ ਦੇ ਕਾਰਡ ਉਹਨਾਂ ਦੇ ਗਲੇ 'ਚ ਪਾਉਣੇ। ਅਸੀਂ ਬਹੁਤ ਹੀ ਟਾਈਟ ਕਰਕੇ, ਕਿਉਂਕਿ ਅੰਦੋਲਨ ਦੀ ਕ੍ਰੈਡੀਬਿਲਿਟੀ ਸਥਾਪਿਤ ਹੋ ਗਈ। ਅਤੇ ਹੁਣ ਇੱਥੇ ਅਸੀਂ ਇੱਕ ਟੋਕਨ ਗ੍ਰਿਫਤਾਰੀਆਂ ਦੇਣੀਆਂ। ਅਸੀਂ ਬਾਹਰੋਂ ਵਿਰੋਧ ਕਰਾਂਗੇ। ਗ੍ਰਿਫਤਾਰੀਆਂ ਐਕਚੁਅਲੀ ਅਸੀਂ ਤੈਅ ਨਹੀਂ ਕੀਤਾ। ਸਰਕਾਰ ਹੋ ਸਕਦਾ ਗ੍ਰਿਫਤਾਰ ਕਰ ਲੈ, ਹੁੰਦਾ ਹੀ ਹੁੰਦਾ। ਹਿਰਾਸਤ ਤੇ ਗ੍ਰਿਫਤਾਰੀ ਵੱਟ ਤੇ ਪਈ ਹੈ। ਅਸੀਂ ਉਹ ਪ੍ਰੀਪੇਅਰਡ ਹਾਂ। ਅਸੀਂ ਪ੍ਰੀਪੇਅਰਡ ਹਾਂ। ਹਿਰਾਸਤ 'ਚ ਲੈਣਗੇ ਜਾਂ ਗ੍ਰਿਫਤਾਰ ਕਰਨਗੇ। ਪਰ ਅਸੀਂ ਇਹ ਨਹੀਂ ਕਿਹਾ ਵੀ ਇਹ ਸਾਡਾ ਜੇਲ੍ਹ ਭਰੋ ਅੰਦੋਲਨ ਹੈ। ਅਸੀਂ ਪ੍ਰੋਟੈਸਟ ਲੌਂਚ ਕਰਨ ਵਾਸਤੇ 200 ਬੰਦਾ ਰੋਜ਼ ਭੇਜਿਆ ਕਰਨਾ। ਜਦੋਂ ਤੱਕ ਪਾਰਲੀਮੈਂਟ ਸੈਸ਼ਨ ਚੱਲਦਾ ਹੈ, ਲਾਸਟ ਡੇ ਤੱਕ ਜਾਏਗਾ। ਉਹ ਤੋਂ ਬਾਅਦ ਨਵੀਂ ਸਟ੍ਰੈਟਜੀ ਕਰਾਂਗੇ। ਪਰ ਇਹਦੇ ਦੋ ਪਹਿਲੂ ਨੇ। ਬਾਹਰੋਂ ਅਸੀਂ ਵਿਰੋਧ ਕਰਾਂਗੇ, ਅੰਦਰ ਜਿਹੜੇ ਅਪੋਜੀਸ਼ਨ ਦੇ ਐਮਪੀਜ਼ ਨੇ ਉਹਨਾਂ ਨੂੰ ਅਸੀਂ 17 ਤਰੀਕ ਨੂੰ ਸਾਰੇ ਦੇਸ਼ ਵਿੱਚ ਹਰ ਪੋਲੀਟੀਕਲ ਪਾਰਟੀ ਦੇ ਲੋਕ ਸਭਾ ਤੇ ਰਾਜ ਸਭਾ ਦੇ ਐਮਪੀਜ਼ ਨੂੰ ਇੱਕ ਚੇਤਾਵਨੀ ਪੱਤਰ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ ਲਿਖਿਆ ਹੈ ਭਈ 7.5 ਮਹੀਨੇ ਹੋ ਚੱਲੇ, ਕਿਸਾਨ ਧਰਨੇ ਤੇ ਬੈਠੇ ਨੇ, ਲਗਾਤਾਰ ਅੰਦੋਲਨ ਚੱਲ ਰਿਹਾ ਹੈ, ਤੁਸੀਂ ਹੁਣ ਤੇ ਮੂੰਹ ਨਹੀਂ ਖੋਲ੍ਹਿਆ। ਅਸੀਂ ਤੁਹਾਨੂੰ ਹਦਾਇਤ ਕਰਦੇ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ। ਸਰਕਾਰ ਦੇ ਕੋਲ ਕਹਿਣ ਨੂੰ ਕੁਛ ਨਹੀਂ, ਪਰ ਉਹ ਅੰਦੋਲਨ ਦਾ ਫੈਸਲਾ ਵੀ ਨਹੀਂ ਕਰ ਰਹੀ। ਇਸ ਲਈ ਉਹਨਾਂ ਨੂੰ ਹਦਾਇਤ ਕਰ ਰਹੇ ਹਾਂ ਵੀ ਇੱਕ ਤਾਂ ਵਾਕਆਊਟ ਨਹੀਂ ਕਰਨਾ। ਵਾਕਆਊਟ ਕਰਨ ਨਾਲ ਪਿੱਛੋਂ ਉਹਨਾਂ ਨੂੰ ਖੁੱਲ੍ਹ ਖੇਡ ਮਿਲ ਜਾਂਦੀ ਹੈ। ਪਾਰਲੀਮੈਂਟ ਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾਸ ਕਰਾਈ ਜਾਂਦੇ ਨੇ। ਹਰ ਵੇਲੇ ਵਿਰੋਧ ਕਰਨਾ। ਜੇ ਤੁਹਾਨੂੰ ਉਹ ਮਾਰਸ਼ਲ ਬਾਹਰ ਵੀ ਸੁੱਟਦਾ ਤਾਂ ਵੀ ਤੁਸੀਂ ਜਾ ਕੇ ਫਿਰ ਵਿਰੋਧ ਕਰਨਾ ਹੈ। ਜੇ ਤੁਹਾਨੂੰ ਸਪੀਕਰ ਸਸਪੈਂਡ ਵੀ ਕਰ ਦੇ ਤਾਂ ਵੀ ਜਾ ਕੇ ਵਿਰੋਧ ਕਰਨਾ ਹੈ। ਵਿਰੋਧ ਜਦ ਤੱਕ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ। ਅੰਦਰੋਂ ਉਹ ਕਰਨਗੇ ਅਤੇ ਬਾਹਰੋਂ ਸਾਡਾ ਜਥਾ ਜਿਹੜਾ ਹੈ ਉਹ ਵਿਰੋਧ ਕਰੇਗਾ। ਜਿਵੇਂ ਤੁਸੀਂ ਕਿਹਾ ਕਿ ਅੰਦੋਲਨ ਆਪਣੇ ਆਪ 'ਚ ਪ੍ਰੈਸ਼ਰ ਹੈ, ਅਤੇ ਪ੍ਰੋਟੈਸਟ ਕਈ ਵਾਰ ਸਿੰਬੋਲਿਕ ਵੀ ਹੁੰਦੇ ਨੇ, ਅਤੇ ਕਈ ਵਾਰ ਸਰਕਾਰਾਂ ਦੇ ਉੱਤੇ ਜਦੋਂ ਜਮੀ ਅੱਖਾਂ ਬੰਦ ਕਰ ਲੈਂਦੀਆਂ। ਭਗਤ ਸਿੰਘ ਨੇ ਬੰਬ ਸਿੱਟੇ ਜਦੋਂ ਉਹਨਾਂ ਨੇ ਕਿਹਾ ਸਿੰਬਲ ਆ, ਹੈ ਨਾ। ਤੁਹਾਨੂੰ ਕੀ ਲੱਗਦਾ ਜਿਹੜੇ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਡੇ ਇਸ ਤਰ੍ਹਾਂ ਦੇ ਸਿੰਬੋਲਿਕ ਪ੍ਰੋਟੈਸਟ ਨੇ, ਇਹ ਦਬਾਅ ਹੋਣਗੇ? ਚਾਹੇ ਅੰਦੋਲਨ ਆਪਣੇ ਆਪ 'ਚ ਤੁਸੀਂ ਕਹਿੰਦੇ ਹੋ ਇੱਕ ਪ੍ਰੋਟੈਸਟ ਉਹ ਹੈਗਾ, ਸਭ ਕੁਛ ਪ੍ਰੈਸ਼ਰ ਹੈਗਾ, ਅੰਦੋਲਨ ਆਪਣੇ ਆਪ 'ਚ ਇੱਕ ਸਿੰਬਲ ਆ ਪ੍ਰੋਟੈਸਟ ਦਾ, ਤੁਹਾਨੂੰ ਲੱਗਦਾ ਮੋਦੀ ਸਰਕਾਰ ਜਿਹੜੀ ਹੁਣ ਤੱਕ ਨਹੀਂ ਮੰਨ ਲਏਗੀ ਗੱਲ? ਬਿਲਕੁਲ। ਤੁਸੀਂ ਇਹ ਅੰਦੋਲਨ ਸਾਰੀ ਦੁਨੀਆ ਦੀ ਨਿਗਾਹ ਹੇਠ ਹੈ।
ਸਾਰੀ ਦੁਨੀਆ ਇਸ ਅੰਦੋਲਨ ਤੇ ਘੋਖ ਕਰ ਰਹੀ ਹੈ। ਈਵਨ ਤੁਸੀਂ ਦੇਖੋ ਅਮਰੀਕਾ ਵਰਗੇ ਦੇਸ਼ ਵਿੱਚ ਬੈਠੇ ਚੋਮਸਕੀ ਵਰਗੇ ਜਿਹੜੇ ਬਹੁਤ ਵੱਡੇ ਦੁਨੀਆ ਦੇ ਚਿੰਤਕ ਨੇ, ਉਹਨਾਂ ਨੇ ਇਸ ਅੰਦੋਲਨ ਨੂੰ ਕਿੰਨੇ ਵਧੀਆ ਸ਼ਬਦ ਲੱਭ ਕੇ ਉਹਨਾਂ ਨੇ ਇਹਨੂੰ ਸਰਾਹਿਆ ਔਰ ਕਿਹਾ ਵੀ ਇਹ ਇੱਕ ਨਵਾਂ ਮਾਡਲ ਦਿੱਤਾ ਹੈ ਦੇਸ਼ ਦੇ ਕਿਸਾਨਾਂ ਨੇ। ਭਾਰਤ ਦੇ ਜਿਹੜੇ ਕਿਸਾਨ ਇੱਥੇ ਬੈਠੇ ਨੇ ਉਹ ਸਾਰੇ ਭਾਰਤ ਦੀ ਲੜਾਈ ਲੜ ਰਹੇ ਨੇ, ਇਹਨੂੰ ਉਹਨੇ ਸਰਾਹਿਆ। ਇਹਦਾ ਮਤਲਬ ਬਹੁਤ ਘੋਖਵੀਂ ਅੱਖ ਸਾਰੀ ਦੁਨੀਆ ਦੀ ਇਸ ਅੰਦੋਲਨ ਤੇ ਲੱਗੀ ਹੋਈ ਹੈ। ਔਰ ਅਮਰੀਕਾ ਦੇ ਰਾਸ਼ਟਰਪਤੀ ਦਫ਼ਤਰ ਤੋਂ ਸਾਡੇ ਕਿਸੇ ਸੱਜਣ ਨੂੰ ਫੋਨ ਆਉਂਦਾ ਹੈ ਵੀ ਅੰਦੋਲਨ ਤੇ ਉਹਨਾਂ ਨੂੰ, ਕਿਉਂਕਿ ਬਾਹਰ ਜਾਣ ਨਹੀਂ ਦਿੰਦੇ ਗੱਲ, ਇਸ ਅੰਦੋਲਨ ਵਿੱਚ ਤੁਸੀਂ ਗੱਲਬਾਤ ਲਈ ਕਿਉਂ ਨਹੀਂ ਜਾਂਦੇ, ਤੁਸੀਂ ਨਹੀਂ ਜਾਂਦੇ ਕਿ ਸਰਕਾਰ ਨਹੀਂ ਬੁਲਾਉਂਦੀ। ਤੇ ਸਾਨੂੰ ਉਹ ਦੱਸਣਾ ਪਿਆ ਵੀ ਸਰਕਾਰ ਨਹੀਂ ਬੁਲਾ ਰਹੀ, ਅਸੀਂ ਤਾਂ ਹਰ ਵੇਲੇ ਜਦੋਂ ਵੀ ਸੱਦਾ ਆਏ ਅਸੀਂ ਜਾਣ ਲਈ ਤਿਆਰ ਹਾਂ। ਤਾਂ ਬਹੁਤ ਦੁਨੀਆ ਦੀ ਅੱਖ ਰੱਖੀ ਹੋਈ ਹੈ ਇਸ ਅੰਦੋਲਨ ਤੇ, ਇਹਦਾ ਸਰਕਾਰ ਤੇ ਬਹੁਤ ਵੱਡਾ ਪ੍ਰੈਸ਼ਰ ਹੈ। ਇਸੇ ਲਈ ਅਸੀਂ ਸਿੰਬੋਲਿਕ ਜਥੇ ਉਸ ਦਿਨ ਭੇਜਣੇ ਆ। ਜਿਵੇਂ ਹਰ ਅੰਦੋਲਨ 'ਚ ਹੁੰਦਾ, ਆਜ਼ਾਦੀ ਦੀ ਲਹਿਰ ਦੇਖ ਲਓ, ਇੱਕ ਗਰਮ ਧੜਾ ਇੱਕ ਨਰਮ ਧੜਾ, ਪੰਜਾਬ ਦੇ ਅੰਦੋਲਨ ਦੇਖ ਲਓ, ਲੈਫਟ ਦੇ ਦੇਖ ਲਓ, ਚਾਹੇ ਉਹਦੇ 'ਚ ਵੀ ਗਰਮ ਧੜਾ ਨਕਸਲੀਆਂ ਦਾ, ਨਰਮ ਧੜਾ CPI CPM ਦਾ। ਪੰਜਾਬ ਦੇ ਅੰਦਰ ਵੀ ਹੋਇਆ, ਤੁਹਾਡੇ ਅੰਦੋਲਨ 'ਚ ਵੀ ਕੁਛ ਲੋਕ ਕਹਿੰਦੇ ਆ ਤਿੱਖੇ ਐਕਸ਼ਨ ਦੇਣੇ ਚਾਹੀਦੇ ਆ, ਤੁਹਾਨੂੰ ਵੀ ਪਤਾ ਉਹ ਕੌਣ ਨੇ। ਇਸ ਤਰ੍ਹਾਂ ਵੀ ਇੱਕ ਤੁਹਾਡੇ 32 ਜਥੇਬੰਦੀਆਂ 'ਚ ਜਾਂ ਕਹਿ ਦਈਏ ਸਾਰੇ ਸੰਯੁਕਤ ਮੋਰਚੇ 'ਚ ਇੱਕ ਗੱਲ ਬਹੁਤ ਕਮਾਲ ਦੀ ਇਸ ਅੰਦੋਲਨ ਦੇ ਵਿੱਚ ਰਹੀ ਹੈ। ਮੈਨੂੰ ਸਾਰੀ ਉਮਰ ਕਮਿਊਨਿਸਟਾਂ ਨਾਲ ਇਸ ਤਰ੍ਹਾਂ ਕਦੇ ਕਿਸੇ ਅੰਦੋਲਨ ਵਿੱਚ ਵਿਚਰਨ ਦਾ ਮੌਕਾ ਨਹੀਂ ਸੀ ਮਿਲਿਆ। ਮੈਨੂੰ ਲੱਗਦਾ ਸੀ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਹੋਣਗੇ, ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ 32 ਜਥੇਬੰਦੀਆਂ ਜਦੋਂ ਮੀਟਿੰਗ ਹੁੰਦੀ ਹੈ, ਲੰਬੀ ਬਾਲ ਦੀ ਖੱਲ ਲਾਉਂਦੇ ਨੇ, ਲੜਦੇ ਨੇ, ਝਗੜਦੇ ਨੇ, ਅਖੀਰ 'ਚ ਨਤੀਜੇ 'ਤੇ ਨਿਕਲ ਕੇ ਕਿਸੇ ਦੀ ਕੋਈ ਰਾਏ ਹੋਵੇ ਫਿਰ ਉਹਦੇ 'ਤੇ ਪੁੱਗ ਜਾਂਦੇ ਨੇ। ਇਹ ਇਸ ਅੰਦੋਲਨ ਦੀ ਬਹੁਤ ਵੱਡੀ ਤਾਕਤ ਹੈ। ਇੱਕ ਜਿਹੜਾ ਹਿਸਟਰੀ ਦਾ ਇੰਸਟਿੰਕਟ ਹੁੰਦਾ ਰਾਜਲ ਸਾਹਿਬ, ਜੇ ਆਪਾਂ ਅੰਦੋਲਨ ਨੂੰ ਵੈਸੇ ਐਨਾਲਿਸਿਸ ਕਰੀਏ, ਸਿੱਖਿਜ਼ਮ ਦਾ ਇੱਕ ਇੰਸਟਿੰਕਟ ਆ, ਪੰਜਾਬ ਦਾ ਇੱਕ ਇੰਸਟਿੰਕਟ ਆ, ਹੈ ਨਾ। ਉਹ ਇੰਸਟਿੰਕਟ ਵੀ ਤੁਸੀਂ ਦੇਖਦੇ ਹੋਗੇ ਕਿ ਚਾਹੇ ਅੰਦੋਲਨ ਪੂਰੇ ਦੇਸ਼ 'ਚ ਆ, ਪਰ ਜੋ ਪੰਜਾਬ ਨੂੰ ਇਤਿਹਾਸ 'ਚੋਂ ਮਿਲਿਆ, ਜੋ ਸਿੱਖ ਇਤਿਹਾਸ 'ਚੋਂ ਮਿਲਿਆ, ਜੋ ਪੰਜਾਬ ਦੇ ਇਤਿਹਾਸ 'ਚੋਂ ਮਿਲੇ, ਜੇ ਸਹੀ ਅਰਥਾਂ ਵਿੱਚ ਦੇਖੋ, ਇਸ ਅੰਦੋਲਨ ਦਾ ਆਧਾਰ, ਅਸਲੀ ਸੂਤਰਧਾਰ ਪੰਜਾਬ ਹੈ ਔਰ ਪੰਜਾਬ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਪੰਜਾਬੀਆਂ ਨੇ ਜਿੰਨੇ ਵੀ ਅੰਦੋਲਨ ਸ਼ੁਰੂ ਕੀਤੇ, ਚਾਹੇ ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਦੇਖ ਲਓ, ਉਹਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ। ਚਾਹੇ ਐਮਰਜੈਂਸੀ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਤਾਂ ਪੰਜਾਬੀਆਂ ਨੇ ਲੜਿਆ, ਹੋਰ ਕਿਸੇ ਨੇ ਇੰਨੀਆਂ ਕੁਰਬਾਨੀਆਂ ਨਹੀਂ ਦਿੱਤੀਆਂ। ਅਤੇ ਸਾਡਾ ਇਤਿਹਾਸ ਹੈ। ਮੈਂ ਜਿਵੇਂ ਸ਼ੁਰੂ 'ਚ ਕਿਹਾ, ਜਾਂ ਤਾਂ ਪੈਰ ਪੱਟਦੇ ਨਹੀਂ, ਜੇ ਫਿਰ ਪੱਟ ਲਿਆ ਫਿਰ ਪਿੱਛੇ ਮੁੜਦੇ ਨਹੀਂ। ਤੋ ਸਾਡੀ ਜਿਹੜੀ ਕੌਮ ਦੀ ਇਹ ਖੂਬੀ ਹੈ ਨਾ, ਉਹ ਇਸ ਅੰਦੋਲਨ ਵਿੱਚ ਬੜਾ ਹੀ ਮਜ਼ਬੂਤੀ ਨਾਲ ਵਿਚਰ ਰਹੀ ਹੈ। ਅਤੇ ਮੈਂ ਸਮਝਦਾ ਇਹ ਵੀ ਇੱਕ ਬਹੁਤ ਵੱਡਾ ਸਾਡੀ ਪ੍ਰਾਪਤੀ ਹੈ, ਸਾਡਾ ਅਸਾਸ ਹੈ। ਮੈਂ ਕਹਿੰਦਾ ਊਰਜਾ, ਜਿਵੇਂ ਤੁਸੀਂ ਓਪਨਿੰਗ 'ਚ ਕਿਹਾ ਕਿ ਇੱਕ ਦੈਵੀ ਸ਼ਕਤੀ ਵਾਂਗੂ ਲੱਗਦਾ ਕਿ ਇੱਕ ਦੈਵੀ ਸ਼ਕਤੀ ਕੋਈ ਚਲਾ ਰਹੀ ਹੈ ਸਾਡੇ ਅੰਦੋਲਨ ਨੂੰ, ਇੱਕ ਤਾਕਤ ਆ ਜਿਹੜੀ। ਇਹ ਊਰਜਾ ਤੁਹਾਨੂੰ ਕੀ ਲੱਗਦਾ ਸਿੱਖ ਇਤਿਹਾਸ 'ਚੋਂ ਆ ਰਹੀ ਹੈ, ਪੰਜਾਬ ਦੇ ਉਸ ਇਤਿਹਾਸ 'ਚੋਂ ਆ ਰਹੀ ਹੈ ਜਿੱਥੇ ਸਿਕੰਦਰ ਵਰਗੇ, ਅਬਦਾਲੀ ਵਰਗਿਆਂ ਨੂੰ ਸਭ ਨੂੰ ਸਿੱਧੇ ਕਰਕੇ ਰੱਖਿਆ ਪੰਜਾਬੀਆਂ ਨੇ? ਬਿਲਕੁਲ, ਇਹਦੇ 'ਚ ਕੋਈ ਭੁਲੇਖਾ ਨਹੀਂ। ਸਾਡਾ ਇਤਿਹਾਸ ਹੈ, ਅਸੀਂ ਮੰਨੇ ਹੋਏ ਲੜਾਕੀ ਕੌਮ ਹਾਂ ਔਰ ਸਾਡਾ ਇਤਿਹਾਸ ਹੈ। ਸਾਡੇ ਸਭ ਤੋਂ ਬਾਅਦ ਅੰਗਰੇਜ਼ਾਂ ਨੇ ਸਾਰੇ ਦੇਸ਼ 'ਤੇ ਕਬਜ਼ਾ ਕਰ ਲਿਆ ਸੀ, ਪੰਜਾਬ 'ਤੇ ਸਭ ਤੋਂ ਬਾਅਦ ਕਬਜ਼ਾ ਕਰ ਸਕੇ। ਸਾਡੇ 'ਤੇ ਬੜੇ ਹਮਲਾਵਰ ਆਏ, ਉਹਨਾਂ ਨੂੰ ਪੰਜਾਬੀਆਂ ਨਹੀਂ ਠੱਲਿਆ ਹਮੇਸ਼ਾ, ਅਤੇ ਬਾਕੀ ਭਾਵੇਂ ਦੇਸ਼ ਨੂੰ ਲੁੱਟ ਕੇ ਲੈ ਜਾਂਦੇ ਸੀ ਅਤੇ ਪੰਜਾਬੀ ਉਹਨਾਂ ਕੋਲੋਂ ਮਾਲ ਸੁਭਾਅ ਖੋਹ ਕੇ ਵਾਪਸ ਕਰਦੇ ਸੀ। ਤਾਂ ਸਾਡਾ ਇਹ ਵਿਰਸਾ ਹੈ ਬਈ ਅਸੀਂ ਕਦੇ ਪਿੱਛੇ ਨਹੀਂ ਮੁੜੇ। ਇਹ ਸਾਡਾ ਇਤਿਹਾਸ ਹੈ ਜਿਹੜਾ, ਉਹ ਵੀ ਸਾਨੂੰ ਪ੍ਰੇਰਨਾ ਦਿੰਦਾ ਹੈ। ਬਚਪਨ ਤੋਂ ਹੀ ਸਾਡੇ ਜਿਹੜਾ ਅੰਦਰ ਸਾਡਾ ਵਿਰਸਾ ਉਹ ਭਰ ਜਾਂਦਾ ਹੈ, ਕੁੱਟ ਕੇ ਭਰ ਦਿੰਦੇ ਨੇ ਸਕੂਲਾਂ 'ਚ, ਘਰਾਂ ਦੇ ਵਿੱਚ, ਸਮਾਜ ਵਿੱਚੋਂ। ਉਹ ਜੋ ਅਸੀਂ ਸਿੱਖ ਕੇ ਆਉਂਦੇ ਹਾਂ, ਉਹਦੇ ਨਾਲ ਜਦੋਂ ਮਨੁੱਖ ਬਣਦੇ ਹਾਂ ਤਾਂ ਫਿਰ ਉਹਦੇ 'ਤੇ ਖੜਨਾ ਕੁਦਰਤੀ ਹੈ। ਸਾਡੀ ਖੂਬੀ ਹੈ ਪੰਜਾਬੀਆਂ ਦੀ। ਇਹ ਅੰਦੋਲਨ ਦੇ ਵਿੱਚ ਸਭ ਤੋਂ ਵੱਡਾ ਜੇ ਕਿਸੇ ਦੀ ਸਟੇਕ ਹੈ ਤਾਂ ਪੰਜਾਬ ਦੀ ਹੈ। ਤੇ ਇੱਕ ਜਿਹੜੀ ਮੰਨ ਲਓ ਮੋਦੀ ਸਰਕਾਰ ਹੁਣ ਆਉਣ ਵਾਲੇ ਦਿਨਾਂ 'ਚ ਨਹੀਂ ਮੰਨਦੀ, ਜਿਵੇਂ ਹੁਣ ਤੱਕ ਨਹੀਂ ਮੰਨੀ, ਤਾਂ ਕੋਈ ਫਿਰ ਕੀ ਤੁਹਾਡੇ ਅਗਲੇ ਪਲਾਨ ਕੀ ਹੋਣਗੇ? ਮਤਲਬ ਕੋਈ ਇਸ ਤਰ੍ਹਾਂ ਦਾ, ਜਿਵੇਂ ਤੁਸੀਂ ਯੂਪੀ ਇਲੈਕਸ਼ਨ 'ਚ ਇੱਕ ਤਾਂ ਜਾ ਰਹੇ ਹੋਗੇ, ਹੋਰ ਕੀ ਮਤਲਬ ਇੱਕ ਤਾਂ ਉਹਦੇ ਬਾਰੇ ਵੀ ਦੱਸੋ। ਤੇ ਬਾਕੀ ਨਹੀਂ, ਇਸ ਤਰ੍ਹਾਂ ਵੀ ਅਸੀਂ ਮਿਸ਼ਨ ਯੂਪੀ ਡਿਬੇਟ ਬਹੁਤ ਲੰਬੀ ਕਰਕੇ ਉਹਦੇ ਕਾਫੀ ਸਿੱਟਿਆਂ ਦੇ ਨੇੜੇ ਪਹੁੰਚ ਗਏ ਅਸੀਂ ਕਦੋਂ ਕੀ ਕਰਨਾ ਹੈ, ਪਰ ਉਹ ਹਾਲੇ ਫਿਲਹਾਲ ਅਸੀਂ ਅੰਦੋਲਨ ਵੱਲ ਦੇਖ ਰਹੇ ਹਾਂ। ਉਹ ਤੋਂ ਬਾਅਦ ਕੁਝ ਫੈਸਲਾ ਡਿਕਲੇਅਰ ਕਰਾਂਗੇ। ਹਾਲੇ ਹੋਰ ਅੰਡਰ ਕੰਸੀਡਰੇਸ਼ਨ ਹੈ। ਬਹੁਤ ਲੰਬੀ ਡਿਬੇਟ ਕਰਕੇ ਤਕਰੀਬਨ ਅਸੀਂ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਚਾਕ ਆਊਟ ਕਰ ਲਿਆ, ਕਿਵੇਂ ਮਿਸ਼ਨ ਯੂਪੀ ਨੂੰ ਸਿਰੇ ਚੜਾਉਣਾ ਹੈ। ਅਤੇ
ਫਿਲਹਾਲ ਅਸੀਂ 13 ਅਗਸਤ ਤੱਕ ਜਾਂ ਜੇ 2-4 ਦਿਨ ਵਧਾ ਲੈਂਦੇ ਨੇ ਅਜਲਾਸ ਨੂੰ, ਉਦੋਂ ਤੱਕ ਅਸੀਂ ਹਾਲੇ ਇਹਨੂੰ ਅਜ਼ਮਾ ਕੇ ਦੇਖਾਂਗੇ ਕਿ ਸਰਕਾਰ ਮੰਗਾਂ ਮੰਨਦੀ ਹੈ ਕਿ ਨਹੀਂ। ਇੱਕ ਟਰੈਕ 2 ਥਿਊਰੀ ਹੁੰਦੀ ਹੈਗੀ ਸਟੇਟ ਦੀ, ਹੈ ਨਾ। ਇੱਕ ਤਾਂ ਹੁੰਦੀ ਹੈ ਕਿਸੇ ਦਾ ਡਾਇਰੈਕਟ ਗੱਲ ਤੁਹਾਡੇ ਨਾਲ ਵਿਗਿਆਨ ਭਵਨ ਤੁਸੀਂ ਹੁੰਦੇ ਸੀ, ਅਸੀਂ ਵੀ ਕਵਰ ਕਰਦੇ ਸੀ। ਇੱਕ ਉਹ ਬਾਅਦ 'ਚੋਂ ਵੀ ਗੱਲਾਂ ਕਰਦੇ ਨੇ ਕਿ ਜੀ ਮੰਨ ਜੋ ਤੁਹਾਨੂੰ ਕਹਿੰਦੇ ਹੋਣਗੇ ਜਾਂ ਮੈਸੇਜ ਲਾਉਂਦੇ ਹੋਣਗੇ। ਕੋਈ ਇਸ ਤਰ੍ਹਾਂ ਦਾ ਸੁਨੇਹਾ ਆਇਆ ਪਿਛਲੇ ਦਿਨਾਂ ਜਦੋਂ ਤੋਂ ਤੁਹਾਡੀ ਇਹ ਗੱਲ ਨਹੀਂ ਹੋਈ ਕਿ ਕਿਤੇ ਬਹਿ ਜੀ ਆਪਾਂ ਗੱਲ ਕੋਈ ਨਿਬੜ ਜੇ? ਨਹੀਂ, ਕਾਫੀ ਕੁਝ ਵਾਪਰਿਆ ਇਹਨਾਂ ਦਿਨਾਂ ਵਿੱਚ। ਕੁਦਰਤੀ ਹੁੰਦਾ ਜਦੋਂ ਅੰਦੋਲਨ ਚੱਲਦਾ, ਸਰਕਾਰਾਂ 'ਤੇ ਵੀ ਆਪਣੀ ਕਿਸਮ ਦਾ ਦਬਾਅ ਹੁੰਦਾ, ਭਾਵੇਂ ਉਹ ਪੋਜ਼ ਕਰਦੀਆਂ ਵੀ ਨਹੀਂ ਸਾਡੇ 'ਤੇ ਦਬਾਅ, ਪਰ ਦਬਾਅ ਹੁੰਦਾ। ਇਸੇ ਤਰ੍ਹਾਂ ਅਸੀਂ ਅੰਦੋਲਨ ਚਲਾਉਂਦੇ ਹਾਂ, ਸਾਡੀ ਵੀ ਇੱਛਾ ਹੈ ਵੀ ਇਹਦਾ ਕੋਈ ਚੰਗਾ ਸਿੱਟਾ ਛੇਤੀ ਨਿਕਲੇ। ਤਾਂ ਕੁਝ ਸਮਾਂ ਪਹਿਲਾਂ ਤੱਕ ਸਾਨੂੰ ਅਪਰੋਚ ਕਰਦੇ ਰਹੇ ਨੇ, ਪਰ ਹੁਣ ਕਈ ਮਹੀਨੇ ਤੋਂ ਕੋਈ ਰਾਬਤਾ ਬਿਲਕੁਲ ਟੁੱਟਿਆ ਹੋਇਆ। ਹਵਾਈ ਗੱਲਾਂ ਆਉਂਦੀਆਂ ਨੇ, ਉਹਦੇ ਕੋਈ ਮਾਨੇ ਨਹੀਂ, ਜੇ ਪਤਾ ਨਹੀਂ ਉਹ ਸੱਚ ਨੇ ਕਿ ਝੂਠ ਨੇ। ਕਿਸੇ ਪਾਸਿਓਂ ਕੋਈ ਪ੍ਰਪੋਜ਼ਲ ਇੱਧਰ ਉੱਧਰੋਂ ਸਾਡੇ ਕੰਨ 'ਚ ਪੈ ਜਾਂਦੀ ਹੈ, ਕੋਈ ਦੂਜੇ ਪਾਸਿਓਂ ਪੈ ਜਾਂਦੀ ਹੈ, ਉਹ ਪਤਾ ਨਹੀਂ ਉਹ ਸੱਚੀਆਂ ਨੇ ਕਿ ਝੂਠੀਆਂ। ਕੋਈ ਅਥੈਂਟਿਕ ਕੋਈ ਜਾਂ ਕੋਈ ਜ਼ਿੰਮੇਵਾਰ ਕੁਆਰਟਰਸ ਤੋਂ ਉਹ ਇੱਦਾਂ ਦੀ ਕੋਈ ਗੱਲ ਨਹੀਂ ਆ ਰਹੀ। ਕੋਈ ਇਹ ਵੀ ਕੋਸ਼ਿਸ਼ ਕੀਤੀ ਗਈ, ਜਿਵੇਂ ਕਿਹਾ ਜਾਂਦਾ ਕਿ ਇਸ ਅੰਦੋਲਨ ਤੋਂ ਬਾਅਦ RSS 'ਚ ਵੀ ਡਿਵੀਜ਼ਨ ਹੋਈ, ਕੁਛ ਇਸ ਤਰ੍ਹਾਂ ਦੇ ਤੁਹਾਡੇ ਕੋਲ ਵੀ ਸੂਚਨਾਵਾਂ ਨੇ ਕਿ ਵਿਦਨ BJP ਵਿਦਨ RSS ਵੀ ਲੋਕ ਚਾਹੁੰਦੇ ਆ ਕਿ ਹੱਲ ਨਿਕਲੇ ਇਹਦਾ? ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਦਾ ਦਬਾਅ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ RSS 'ਤੇ ਪਿਆ, ਔਰ ਜਿਸ ਤਰ੍ਹਾਂ ਦਾ ਦਬਾਅ ਪੰਚਾਇਤ ਇਲੈਕਸ਼ਨ ਯੂਪੀ ਵਿੱਚ ਅਸੀਂ ਕੁਝ ਕੀਤਾ ਨਹੀਂ, ਪਰ ਯੂਪੀ ਵਾਲਿਆਂ ਨੇ ਇੱਕ ਨਾਕਾ ਸਾਂਭਿਆ ਹੋਇਆ। ਕੁਝ ਥੋੜ੍ਹੇ ਬਹੁਤੇ ਜਥੇ ਉਹਨਾਂ ਦੇ ਪਲ ਵੀ ਆਉਂਦੇ ਨੇ। ਤੋ ਉਹਦਾ ਸਿੱਟਾ ਇਹ ਸੀਗਾ ਵੀ ਜਿਹੜੀ ਪੰਚਾਇਤ ਇਲੈਕਸ਼ਨ ਆਮ ਤੌਰ 'ਤੇ ਜਿਹਦੀ ਸਰਕਾਰ ਹੋਵੇ ਉਹਦੀ ਹੁੰਦੀ ਹੈ, ਪਰ ਇਸ ਵਾਰੀ ਕਮਾਲ ਇਹ ਹੋਇਆ ਯੂਪੀ 'ਚ ਸਾਡੇ ਬਿਨਾਂ ਕੁਝ ਕਰਨ 'ਤੇ 26% ਸੀਟਾਂ ਇਹਨਾਂ ਨੂੰ ਮਿਲ ਸਕੀਆਂ, ਭਾਜਪਾ ਨੂੰ। ਬਾਕੀ ਸਾਰੀਆਂ ਇਹ ਬੁਰੀ ਤਰ੍ਹਾਂ ਹਾਰ ਗਏ। ਉਹ ਵੱਖਰੀ ਗੱਲ ਹੈ ਵੀ ਹੁਣ ਜਿਹੜਾ ਸਰਕਾਰਾਂ ਕਰਦੀਆਂ, ਜੋੜ ਤੋੜ ਕਰਦੀਆਂ, ਦੂਜੇ ਫੜ ਕੇ ਬੰਦੇ ਅੰਦਰ ਧੱਕਦੇ ਤੇ ਪਿੱਛੋਂ ਇਹਨਾਂ ਨੇ ਆਪਣੇ ਚੇਅਰਮੈਨ ਬਣਾ ਲਏ। ਪਰ ਇਹਨਾਂ ਨੂੰ ਪਤਾ ਲੱਗ ਗਿਆ ਵੀ ਯੂਪੀ ਵਿੱਚ ਵੀ ਮੈਸੇਜ ਚਲਾ ਗਿਆ। ਯੂਪੀ ਐਸੀ ਸਟੇਟ ਹੈ ਜਿੱਥੋਂ ਹੋ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਰਸਤਾ ਜਾਂਦਾ ਹੈ। ਅਸੀਂ ਮਿਸ਼ਨ ਯੂਪੀ ਵੀ ਇਸੇ ਕਰਕੇ ਮੋਦੀ ਗੁਜਰਾਤ ਤੋਂ ਆ ਕੇ ਕਰ ਰਹੇ ਹਾਂ, ਇਸੇ ਕਰਕੇ ਡਿਸਕਸ ਕਰ ਰਹੇ ਹਾਂ। ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਬੰਗਾਲ ਅਸੀਂ ਗਏ ਹਾਂ ਵੀ ਸਾਡਾ ਇਹ ਕੰਮ ਨਹੀਂ ਵੀ ਅਸੀਂ ਜਾ ਕੇ ਇਲੈਕਸ਼ਨ ਦੇ ਵਿੱਚ ਤੁਹਾਡੇ 'ਚ ਦਖਲ ਦਈਏ, ਪਰ ਜੇ ਤੁਹਾਨੂੰ ਵੋਟ 'ਤੇ ਚੋਟ ਮਾਰਨ ਤੋਂ ਬਿਨਾਂ ਕੋਈ ਸਮਝ ਹੀ ਨਹੀਂ ਪੈਂਦੀ, ਫਿਰ ਸਾਡੀ ਮਜਬੂਰੀ ਹੋਏਗੀ, ਅਸੀਂ ਵੋਟ 'ਤੇ ਚੋਟ ਮਾਰਾਂਗੇ। ਅਸੀਂ ਕੀ ਕੀਤਾ, ਉੱਥੇ ਜਾ ਕੇ ਇੱਕ ਚਿੱਠੀ ਜਾਰੀ ਕੀਤੀ ਹੈ ਇੱਥੇ ਦੇ ਕਿਸਾਨਾਂ ਵੱਲੋਂ ਜਿਹੜੇ ਇੱਥੇ ਨਾਕਿਆਂ 'ਤੇ ਬੈਠੇ ਸੀ, ਉੱਥੇ ਬੰਗਾਲ ਦੇ ਕਿਸਾਨਾਂ ਨੂੰ। ਉਹ ਚਿੱਠੀ ਦਾ ਅਸਰ ਇੰਨਾ ਹੋਇਆ, ਜਿੰਨਾ ਐਂਟੀ ਇਨਕੰਬੈਂਸੀ ਸੀ ਮਮਤਾ ਦੀ, ਉਹ ਇੱਕ ਹਫ਼ਤੇ ਦੇ ਵਿੱਚ ਕਿਧਰੇ ਉੱਡ ਗਈ ਔਰ ਇੱਕ ਵੇਵ ਬਣ ਗਈ, ਬੁਰੀ ਤਰ੍ਹਾਂ ਹੀ ਹਾਰ ਗਏ। ਅਤੇ ਹੁਣ ਯੂਪੀ ਦੀ ਪੰਚਾਇਤ ਇਲੈਕਸ਼ਨ ਨੇ ਦੱਸਤਾ, ਚਿੰਤਾ ਉਹਨਾਂ ਨੂੰ ਵੀ ਹੈ। RSS ਭੱਜੀ ਹੈ 2 ਹਫ਼ਤੇ। RSS ਦਾ ਜਿਹੜਾ ਚੀਫ ਹੈ ਮੋਹਨ ਭਾਗਵਤ, ਉਹ ਦਿੱਲੀ ਬੈਠਾ ਰਿਹਾ, ਰੋਜ਼ ਮੀਟਿੰਗਾਂ ਕਰਦਾ ਰਿਹਾ, ਸਾਨੂੰ ਇਨਫੋਰਮੇਸ਼ਨ ਮਿਲਦੀ ਰਹੀ ਹੈ। RSS ਚਿੰਤਤ ਹੈ। ਇਸ ਗੱਲ ਤੋਂ ਅੰਦਾਜ਼ਾ ਲਾਓ ਯਾਦਵਿੰਦਰ ਜੀ, ਸ਼ਾਇਦ ਤੁਹਾਨੂੰ ਪਤਾ ਹੋਣਾ, ਜਦੋਂ ਤੁਸੀਂ ਉੱਥੇ ਕਵਰ ਕਰਨ ਜਾਂਦੇ ਸੀ, ਆਂਧਰਾ ਵਿੱਚ ਵੀ ਮਿਊਨਿਸਪਲ ਇਲੈਕਸ਼ਨ ਹੋਈ ਸੀ। ਆਂਧਰਾ ਦੇ ਚੀਫ ਮਿਨਿਸਟਰ ਨੇ ਬੜੀ ਇੰਪੋਰਟੈਂਟ ਗੱਲ ਇੱਕ ਕਹੀ ਸੀ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ। ਉਹਨੇ ਕਿਹਾ ਸੀਗਾ ਇਹਨਾਂ ਨੂੰ ਇੱਕ ਵੀ ਸੀਟ ਆਂਧਰਾ 'ਚ ਨਹੀਂ ਸੀ ਮਿਲੀ ਮਿਊਨਿਸਪਲ ਇਲੈਕਸ਼ਨ 'ਚ। ਉਹਨੇ ਲਿਖਿਆ ਸੀ ਵੀ ਮੋਦੀ ਜੀ ਤੁਹਾਨੂੰ ਆਂਧਰਾ ਦੇ ਵਿੱਚ ਇੱਕ ਵੀ ਸੀਟ। ਪੰਜਾਬ 'ਚ ਵੀ ਇਹੀ ਹਾਲ ਹੋਇਆ। ਪੰਜਾਬ 'ਚ ਵੀ ਇਹੀ ਹਾਲ ਹੋਇਆ, ਪਰ ਹੁਣ ਉਹਨੇ ਟਵੀਟ ਕੀਤਾ, ਉਹ ਟਵੀਟ ਕਰਕੇ ਕਹਿੰਦਾ ਵੀ ਤੁਹਾਨੂੰ ਇੱਕ ਵੀ ਸੀਟ ਆਂਧਰਾ ਪ੍ਰਦੇਸ਼ ਵਿੱਚ ਨਹੀਂ ਮਿਲੀ। ਜਿਹੜਾ ਕਿਸਾਨ ਅੰਦੋਲਨ ਹੈ ਉਹਨੇ ਤੁਹਾਡੇ ਹਿੰਦੂਤਵ ਦੇ ਏਜੰਡੇ ਨੂੰ ਧਰਤੀ ਵਿੱਚ ਰੋਲ ਕੇ ਰੱਖਤਾ। ਤੋ ਇਹ ਬੜਾ ਵੱਡਾ ਇੱਕ ਤਰ੍ਹਾਂ ਦਾ ਰਿਮਾਰਕ ਪਾਸ ਕੀਤੇ ਇੱਕ ਚੀਫ ਮਿਨਿਸਟਰ ਨੇ। ਤੋ ਇਹਨਾਂ ਨੂੰ ਇਸ ਸਮਝ ਪੈਣ ਲੱਗੀ ਵੀ ਇਹ ਤਾਂ ਹੌਲੀ ਹੌਲੀ ਅੰਦੋਲਨ ਸਾਰੇ ਦੇਸ਼ ਵਿੱਚ ਫੈਲ ਗਿਆ ਅਤੇ ਸਾਡੇ ਲਈ ਖਤਰੇ ਦੀ ਘੰਟੀ ਹੈ। ਇਸ ਕਰਕੇ RSS ਭੱਜੀ ਹੋਈ ਹੈ। RSS ਔਰ BJP ਵਿੱਚ ਇੱਕ ਤਰ੍ਹਾਂ ਦਾ ਖੁੜਦੁੰਬ ਮਚਿਆ ਹੋਇਆ। ਰੋਜ਼ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ। ਆਹ ਹੁਣ ਜਿਹੜੀ ਕੈਬਨਿਟ ਰਿਸ਼ਫਲ ਹੋ ਰਹੀ ਹੈ, ਉਹਦੇ ਵਿੱਚੋਂ ਹੀ ਹੋ ਰਹੀ ਹੈ। ਤੋ ਉਹਨਾਂ ਨੂੰ ਚਿੰਤਾ ਹੋਈ ਹੈ ਵੀ ਅਗਲੀ ਇਲੈਕਸ਼ਨ 2024 ਤੱਕ ਜੇ ਇਹ ਅੰਦੋਲਨ ਦਾ ਨਾ ਕੋਈ ਹੱਲ ਕੱਢਿਆ ਤਾਂ ਫਿਰ ਇਹ ਪਤਾ ਨਹੀਂ ਸਾਡਾ ਪੱਤਾ ਸਾਫ਼ ਕਰ ਦੇਗੀ। ਧੰਨਵਾਦ ਅਜਲ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ। ਤੇ ਇਹ ਸਨ ਬਲਬੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ। ਔਰ ਬੜਾ ਜ਼ਰੂਰੀ ਹੈ ਕਿ ਖੁੱਲ੍ਹ ਕੇ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਵੇ। ਅੰਦੋਲਨ ਬਾਰੇ ਉਹਨਾਂ ਨੇ ਕਿਹਾ ਕਿ ਅੰਦੋਲਨ ਦੀ ਤਾਕਤ ਅੰਦੋਲਨ ਦੇ ਲੋਕ ਨੇ, ਪੰਜਾਬ ਦਾ ਇਤਿਹਾਸ, ਪੰਜਾਬ ਦਾ ਵਿਰਸਾ, ਔਰ ਉਹਨਾਂ ਦਾ ਕਹਿਣਾ ਕਿ ਪੰਜਾਬ ਨੂੰ ਵੀ ਸਾਂਭਣ ਦੀ ਲੋੜ ਹੈ।
ਉਹ ਕਹਿੰਦੇ ਅਸੀਂ ਕੀ ਫੈਸਲਾ ਕਰਾਂਗੇ, ਬਾਅਦ ਦੀਆਂ ਗੱਲਾਂ ਨੇ। ਪੰਜਾਬ ਪਹਿਲਾਂ ਫੈਸਲਾ ਕਰੇ, ਪੰਜਾਬੀ ਪਹਿਲਾਂ ਫੈਸਲਾ ਕਰਨ ਪੰਜਾਬ ਦੇ ਨਾਲ ਜੋ ਹੋ ਰਿਹਾ ਉਹਦੇ 'ਚ ਉਹਨਾਂ ਨੇ ਕਿੱਥੇ ਖੜਨਾ।